शिवसेना बाला साहेब ठाकरे की प्रदेश कार्यकारिणी की एक खास मीटिंग लुधियाना के सर्किट हाउस में हुई, जिसमें पार्टी के राष्ट्रीय संगठन मंत्री अशोक तिवारी मुंबई से विशेष तौर पर शामिल हुए। मीडिया कर्मियों से बातचीत करते हुए श्री तिवारी ने कहा कि शिवसेना बाला साहेब ठाकरे आपस में जोड़ने व देश की एकता अखंडता के लिए कार्य करती है। देश को तोड़ने की कोशिश करने वालों व धर्म के नाम पर आपस में लड़ाने वालों को किसी भी कीमत पर बर्दाश्त नहीं करती। शिवसेना के राष्ट्रीय संगठन मंत्री अशोक तिवारी व पंजाब के प्रधान योगराज शर्मा ने कहा कि ਅੱਜ ਸਾਡੇ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਅਸ਼ੋਕ ਤਿਵਾਰੀ ਸਾਹਿਬ ਜਿਹੜੇ ਬੰਬੇ ਤੋਂ 3 ਸਟੇਟਾਂ ਦੀ ਮੀਟਿੰਗਾਂ ਦੇ ਸਿਲਸਿਲੇ ਦੇ ਵਿੱਚ ਬੰਬੇ ਤੋਂ ਆਏ ਸੀਗੇ। ਪਹਿਲੇ ਹਿਮਾਚਲ ਦੇ ਵਿੱਚ ਹੋਈਆਂ, ਫਿਰ ਦੂਜੀ ਮੀਟਿੰਗ ਜਿਹੜੀ ਜੰਮੂ ਕਸ਼ਮੀਰ ਦੀ ਸੀਗੀ ਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਚੱਲ ਰਿਹਾ, ਇੱਕ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਸੀਗੀ ਅੱਜ। ਦੂਜਾ ਕੁਝ 4 ਗੱਲਾਂ ਅਸੀਂ ਵੀ ਚਾਹੁੰਦੇ ਸੀ ਕਿ ਤਿਵਾਰੀ ਸਾਹਿਬ ਤੁਹਾਡੇ ਨਾਲ ਸਾਂਝੀਆਂ ਕਰਨਾ। ਤੇ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਪਿਛਲੇ ਦਿਨਾਂ ਪਾਰਟੀ ਪ੍ਰਵਕਤਾ ਸ਼੍ਰੀ ਚੰਦਰਕਾਂਤ ਚੱਡਾ ਦੁਆਰਾ ਜਿਹੜੀਆਂ ਰੱਖੀ ਗਈਆਂ ਪਾਰਟੀ ਦੀਆਂ ਨੀਤੀਆਂ, ਪਾਰਟੀ ਦੇ ਵਿਚਾਰਾਂ ਨੂੰ ਤੁਸੀਂ ਇਸ ਤਰ੍ਹਾਂ ਵੱਧ ਚੜ ਕੇ ਉਹਨੂੰ ਲਿਖਿਆ, ਦਿਖਾਇਆ, ਤੇ ਮੈਂ ਦਿਲ ਦੀ ਗਹਿਰਾਈਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਤਾਂ ਜਿਸ ਕਿਸੇ ਸਿਰਸੈਨਿਕ ਨੇ ਜਿਹਨੂੰ ਆਪਾਂ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ, ਮੈਂ ਪੂਰੇ ਪੰਜਾਬ ਵਾਸੀਆਂ ਕੋਲੋਂ, ਪੂਰੇ ਹਿੰਦੁਸਤਾਨ ਵਾਸੀ ਕੋਲੋਂ, ਖਾਸ ਕਰਕੇ ਪੂਰੇ ਵਿਸ਼ਵ ਸਮੁਦਾਇ ਕੋਲੋਂ, ਜਿਸ ਇੱਕ ਬੇਵਕੂਫ ਸਿਵ ਸੈਨਿਕ ਨੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਜਿਹੜੀ ਗਲਤ ਟਿੱਪਣੀ ਕੀਤੀ ਸੀ, ਮੈਂ ਆਪਣੇ ਪੂਰੇ ਸਿਵ ਸੈਨਾ ਪਰਿਵਾਰ ਵੱਲੋਂ ਹੱਥ ਜੋੜ ਕੇ ਪੂਰੇ ਵਿਸ਼ਵ ਸਮੁਦਾਇ ਕੋਲੋਂ ਮਾਫੀ ਮੰਗਦਾ, ਕਿਉਂਕਿ ਜਿਸ ਬੇਵਕੂਫ ਨੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਬਿਆਨ ਦਿੱਤੇ ਸੀਗੇ, ਉਹਨੂੰ ਤਤਕਾਲ ਪਾਰਟੀ ਹਾਈ ਕਮਾਂਡ ਸ੍ਰੀ ਉद्धਵ ਸਾਹਿਬ ਠਾਕਰੇ ਜੀ, ਸ੍ਰੀ ਆਦਿੱਤਿਆ ਸਾਹਿਬ ਠਾਕਰੇ ਜੀ ਔਰ ਸਾਡੇ ਰਾਸ਼ਟਰੀ ਸਚਿਵ ਸ੍ਰੀ ਅਨਿਲ ਦੇਸਾਈ ਸਾਹਿਬ ਔਰ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਅਸ਼ੋਕ ਤਿਵਾਰੀ ਸਾਹਿਬ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਮੀਡੀਏਟਲੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਜਿਹੜਾ ਆਪਾਂ ਦਿਖਾਇਆ। ਇਹ ਜਿਹੜੀ ਘਟਨਾ ਹੋਈ, ਇਹਦੇ ਵਾਸਤੇ ਮੈਂ ਆਪਣੇ ਸਿਵ ਸੈਨਾ ਪਰਿਵਾਰ ਵੱਲੋਂ ਫਿਰ ਤੋਂ ਪੂਰੇ ਵਿਸ਼ਵ ਸਮੁਦਾਇ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਕਿ ਜਿਹੜੀ ਕਾਨੂੰਨੀ ਹਰਕਤ ਉਸ ਵਿਅਕਤੀ ਨੇ ਕੀਤੀ ਸੀ ਉਹ ਮਾਫ ਕਰਨ ਦੇ ਲਾਇਕ ਨਹੀਂ ਸੀ, ਲੇਕਿਨ ਪਾਰਟੀ ਨੇ ਉਹਨੂੰ ਇਮੀਡੀਏਟਲੀ ਪਾਰਟੀ ਦੇ ਵਿੱਚੋਂ ਕੱਢਿਆ। ਸਿਵ ਸੈਨਾ ਦੀ ਕਦਾਪੀ ਵੀ ਇੱਕ ਸੋਚ ਨਹੀਂ ਰਹੀ, ਨਾ ਹੀ ਸਿਵ ਸੈਨਾ ਦੇ ਵਿੱਚ ਜਾਂ ਸਿਵ ਸੈਨਾ ਦੇ ਸੰਵਿਧਾਨ ਦੇ ਵਿੱਚ ਵੀ ਕਿਸੇ ਵੀ ਧਰਮ ਦੇ ਖਿਲਾਫ ਬੋਲਣ ਦੀ ਕਿਸੇ ਨੂੰ ਆਗਿਆ ਹੋਵੇ, ਕਿਉਂਕਿ ਸਿਵ ਸੈਨਾ ਜਿਹੜੀ ਆ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ, ਮਾਣ ਕਰਦੀ ਹੈ। ਸਿਵ ਸੈਨਾ ਦਾ ਕੰਮ ਜੋੜਨਾ ਹੈ, ਤੋੜਨਾ ਨਹੀਂ। ਲੇਕਿਨ ਸਾਨੂੰ ਆਦਮੀ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜੀ ਨੇ ਇਹੀ ਸਿਖਾਇਆ ਕਿ ਅਗਰ ਕੋਈ ਲੜਾਈ ਲੜਨੀ ਹੈ ਤੇ ਵਿਕਾਸ ਦੇ ਮੁੱਦੇ ਤੇ ਲੜਨੀ ਆਪਣੇ ਇਲਾਕੇ ਦੇ, ਔਰ ਖਾਸ ਕਰਕੇ ਦੇਸ਼ ਵਿਰੋਧੀ ਧਾਰਨਾ ਦੇ ਖਿਲਾਫ ਜਿਹਦੇ ਨਾਂ ਤੇ ਸਿਵ ਸੈਨਾ ਦਾ ਗਠਨ ਹੋਇਆ ਸੀ। ਤੇ ਕੁਝ ਮੇਰੇ ਸਿੱਖ ਵੀਰ ਪੰਜਾਬ 'ਚ ਵੀ ਦੇਖੋ ਭੜਕੇ ਦੇ ਨੇ, ਉਹ ਵੀ ਸੋਚਦੇ ਵੀ ਸਿਵ ਸੈਨਾ ਜਿਹੜੀ ਸਾਡੀ ਦੁਸ਼ਮਣ ਹੈ। ਮੈਂ ਕਦਾਪੀ ਵੀ ਸਿਵ ਸੈਨਾ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਹਜ਼ਾਰਾਂ ਮੇਰੇ ਸਿੱਖ ਵੀਰ ਜਿਨ੍ਹਾਂ ਦੇ ਬੜੇ ਵੱਡੇ ਵਪਾਰ ਨੇ, ਟਰਾਂਸਪੋਰਟ ਨੇ, ਉਹ ਸਿਵ ਸੈਨਾ ਦੀ ਵਿਚਾਰਧਾਰਾ ਨਾਲ ਪਿਆਰ ਕਰਕੇ ਸਿਵ ਸੈਨਾ ਦੇ ਕਾਰਜਕਰਤਾ ਨੇ, ਪਦ ਅਧਿਕਾਰੀ ਨੇ। ਤਾਂ ਸਭ ਤੋਂ ਪਹਿਲੇ ਤਾਂ ਸਾਨੂੰ ਇਹ ਵਹਿਮ ਕੱਢਣਾ ਪਏਗਾ। ਔਰ ਕੁਝ ਲੋਕ ਜਿਹੜੇ ਆ ਸਿਵ ਸੈਨਾ ਦੇ ਨਾਂ ਤੇ ਜਿਹੜਾ ਫਰਜ਼ੀ ਬੜਾ ਪੰਜਾਬ 'ਚ ਕਰ ਰਹੇ ਨੇ, ਮੇਰੀ ਪ੍ਰੈਸ ਵਾਲਿਆਂ ਸਾਰੇ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਕਿਉਂਕਿ ਇਹਨਾਂ ਦੇ ਜਿਹੜੇ ਛੋਟੇ ਛੋਟੇ ਘਰਾਂ 'ਚ ਬਹਿ ਕੇ ਬਿਆਨ ਦਿੰਦੇ ਨਾ, ਇਹਨਾਂ ਦੇ ਦਿੱਤੇ ਬਿਆਨ ਕਿਤੇ ਪੰਜਾਬ ਦੇ ਵਿੱਚ ਕੋਈ ਵੱਡੀ ਚੰਗਾਰੀ ਦਾ ਰੂਪ ਨਾ ਲੈ ਲੈਣ, ਕਿਉਂਕਿ ਇਹਨਾਂ ਨੂੰ ਨਾ ਪਹਿਲ ਦਿੱਤੀ ਜਾਵੇ। ਕਿਉਂਕਿ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਨਾ, ਉਹ ਸਾਡੇ ਪੂਰੇ ਪੰਜਾਬ ਦੇ ਲੋਕਾਂ ਨੇ, ਸਾਡੀਆਂ ਫੋਰਸਾਂ ਨੇ, ਸਾਡੀ ਪੰਜਾਬ ਪੁਲਿਸ ਨੇ ਬੜੇ ਉੱਚੇ ਪੱਧਰ ਤੇ ਕੁਰਬਾਨੀਆਂ ਦੇ ਕੇ ਨਾ ਇਹਦੀ ਅਮਨ ਸ਼ਾਂਤੀ ਲਿਆਂਦੀ ਹੈ। ਤੇ ਕੁਝ ਲੋਕਾਂ ਦੀ ਜਿਹੜੀ ਮਨਸ਼ਾ ਇਹ ਹੋ ਸਕਦੀ ਹੈ ਵੀ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਭੰਗ ਕੀਤੀ ਜਾਵੇ। ਤੇ ਮੈਨੂੰ ਲੱਗਦਾ ਹੈਗਾ ਵੀ ਮੈਂ ਫਿਰ ਤੋਂ ਆਪਣੇ ਪੱਤਰਕਾਰ ਵੀਰਾਂ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਵੀ ਜਿਹੜੇ ਲੋਕ ਸਿਵ ਸੈਨਾ ਨਾਂ ਤੇ ਫਰਜ਼ੀ ਵਾਲਾ ਕਰਕੇ ਆਏ ਦਿਨ ਗਲਤ ਬਿਆਨਬਾਜ਼ੀ ਕਰਦੇ, ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਫਿਰ ਸਰਕਾਰ ਇਹਨਾਂ ਦੇ ਨੱਥ ਕਿਉਂ ਨਹੀਂ ਪਾਉਂਦੀ? ਸਾਰੇ ਜਿਹੜੇ ਫਰਜ਼ੀ ਵਾਲੇ ਬਿਹਤਰ ਤੁਸੀਂ ਪੁੱਛ ਸਕਦੇ ਹੋ, ਮੇਰੇ ਕੋਲੋਂ ਬਿਹਤਰ ਤੁਸੀਂ ਪੁੱਛ ਸਕਦੇ ਹੋ। ਇਹਨਾਂ ਵਾਸਤੇ ਸਿਰਫ ਇੱਕ ਤੁਹਾਡੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਹੈ ਤੇ ਬਾਕੀ ਸ਼ਿਵ ਸੈਨਾ ਅੱਗੇ ਲਾ ਕੇ ਜੋ ਮਰਜ਼ੀ ਕਰੀ ਜਾਣ। ਦੇਖੋ ਸਰਕਾਰ ਨੇ ਜਿਹੜੀ ਨੱਥਾਂ ਮੰਗਾਣੀ ਨਾ, ਇਹਦੇ ਵਾਸਤੇ ਜਿਹੜੀ ਪੰਜਾਬ ਦੀ ਮੌਜੂਦਾ ਗਵਰਨਮੈਂਟ पाकिस्तान चो मंगानी। आज प्रेस कॉन्फ्रेंस है लुधियाना। जी, आप सभी को नमस्कार। यहाँ पर मैं मुंबई महाराष्ट्र से चलकर चंडीगढ़ और हिमाचल होते हुए आज पंजाब में आया हूँ। अपने शिवसेना के पदाधिकारियों से मिलने के लिए, संगठन को अपने जो है अच्छी तरह से मजबूत करने के काम के लिए हमको शिवसेना में संगठक पद की जिम्मेदारी मिली है। संगठक का मतलब होता है जहाँ पर लोग संगठन मंत्री उसको कहते हैं, तो उसका हमें मिला है। तो उसमें मैं आज पंजाब के आप लोगों के बीच में हूँ और हमारे हिंदू हृदय सम्राट सम्माननीय बाला साहब ठाकरे जी का जो
आदेश था या उनका जो विचार था, उन्हीं विचारों को हम अपने सैनिकों के बीच में आपके आने से पहले बांट रहे थे या उनसे आदान प्रदान कर रहे थे। हमारा एक ही उद्देश्य है कि हम, हमारे बाला साहब जी कहते थे, अभी उद्धव साहब भी वही विचार लेके चलते हैं कि किसी भी धर्म का, चाहे जो धर्म हो, सब धर्म जो है अपने लिए एक अच्छी परिभाषा रखते हैं और अच्छे लोगों का जो है विचार लेके चलते हैं। धर्म कोई खराब नहीं होता। धर्म के बीच में से अगर कोई बंदा निकल जाता है जो किसी अपनी, जैसा कि अभी आपने बताया कि सिक्योरिटी लेने के लिए या अपना नाम बढ़ाने के लिए, टीआरपी बढ़ाने के लिए कुछ उल्टे सीधे बयान देते हैं, कभी कभी शिवसेना के नाम से देते हैं, कुछ अलग से शिवसेना बना लिया, हिंदुस्तान ये वो। तो आज हम अपने जो हमारे पदाधिकारी हैं, जो हमारे यहाँ शिव सैनिक हैं भाई, इनको यही बताने आए थे कि आप दूसरे क्या कर रहे हैं उसकी चिंता आप छोड़िए, आप अपनी लकीर को बड़ा करिए, लोगों के बीच में जाइए, उनके अच्छे काम करिए, उनकी मदद करिए जो जरूरतमंद हैं, चाहे उनका हॉस्पिटल का हो, चाहे उनका जो है स्वास्थ्य का हो या और किसी तरह का स्कूल की पढ़ाई का हो, उनके बच्चों के बीच में जाइए, सोशल वर्क करिए। जैसा कि शिवसेना ने एक संदेश दिया था बाला साहब ने कि 80% समाज का काम करने का है हमको, 20% राजनीति करने का है। तो हम उसके आधार पर काम करने के लिए इन लोगों को भी वही संदेशा दे रहा हूं कि भाई आप अपनी सदस्यता बढ़ाइए, अपने लोगों को बढ़ाइए। दूसरा क्या करता है, हम अगर उसके चक्कर में जाएंगे, और दूसरा क्या है, हम दूसरे के खिलाफ खाली बयानबाजी करके सिक्योरिटी लेने के चक्कर में जाएंगे तो हमारी शिवसेना नहीं बढ़ने वाली है। हम आज महाराष्ट्र में रहते हैं, वहाँ कोई जात धर्म का बात ही नहीं है। हमारे वहाँ पे जो भी है सारे हमारे आपके जो है भाई, हमारे जो बड़े बड़े पदाधिकारी हैं वहाँ पे, हमने उनके साथ काम करना है, कंधे से कंधा मिला के काम करते हैं। इसके पहले वो 6 जून का था, पिछली बार मैं दौरे पे आया था तो आप लोगों के बीच में ही बोला था कि अब हमारी शिवसेना वो दिवस नहीं मनाएगी। और यहाँ से जाने के बाद हमारे जो है सांसद अनिल देसाई जी ने लिखित आदेश दिया था कि अभी पूरे जो है पंजाब में वो दिवस मनाया जाता था वो बिल्कुल नहीं मनाया जाता। तब से बंद हो गया, हमारे शिवसेना ने बंद कर दिया। हम और भी ऐसे अच्छे काम करना चाहते हैं जिससे कि ये जो जातिवाद का या धर्मवाद का जो नारा लगाते हैं, ये जो है ये अपने आप ढक जाए। जो नकली शिव सैनिक हैं वो अपने आप गायब हो जाएंगे, हमारे काम से गायब करेंगे उनको, हम अपनी सदस्यता से गायब करेंगे। और हम तो चाहते हैं कि भाई कोई भी बात हो, जहां अभी पंजाब है तो निश्चित तौर पे पंजाब के, जैसे हम महाराष्ट्र में मानते हैं कि हमारे भूमिपुत्रों को वहां के रोजगार में, वहां के धंधे में, वहां की नौकरी में प्राथमिकता मिलनी चाहिए, वैसे जम्मू के लोगों को वहां को पहले मिलना चाहिए। पंजाब के लोगों में जो पंजाब के भूमिपुत्र है उनको पहले नौकरी चाकरी का हक है, पहला उनको मिलना चाहिए, उसके बाद भी किसी का नंबर आता है। तो हम उसको ही बताने के लिए और उसी मार्ग पे चल रहे हैं। आगे आपको अगर कुछ पूछना है तो बताइए।